ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰਾ ਨਾਮ ਵਿਸ਼ਾਲ ਹੈ। ਮੇਰੀ ਉਮਰ 45 ਸਾਲ ਹੈ। ਮੈਨੂੰ ਹਰ ਮਹੀਨੇ ਆਪਣੇ ਕੰਮ ਲਈ ਦਿੱਲੀ ਜਾਣਾ ਪੈਂਦਾ ਸੀ। ਸਵੇਰੇ ਪਹਿਲੀ ਬੱਸ ਰਾਹੀਂ ਦਿੱਲੀ ਜਾਣਾ ਸੀ। ਉਸ ਦਿਨ ਵੀ ਮੈਂ ਦਫ਼ਤਰ ਦੇ ਕੰਮ ਲਈ ਬੱਸ ਰਾਹੀਂ ਦਿੱਲੀ ਜਾ ਰਿਹਾ ਸੀ। ਮੈਨੂੰ ਬੱਸ ਸਟੈਂਡ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਗਈ ਸੀ। ਪਹਿਲੀ ਬੱਸ ਹੋਣ ਕਰਕੇ ਭੀੜ ਬਹੁਤ ਜ਼ਿਆਦਾ ਸੀ। ਉੱਥੇ ਇੱਕ ਪਾਸੇ ਬੰਦਿਆਂ ਦੀ ਲਾਈਨ ਬਹੁਤ ਲੰਬੀ ਸੀ ਤੇ ਦੂਜੇ ਪਾਸੇ ਔਰਤਾਂ ਦੀ ਲਾਈਨ ਛੋਟੀ ਸੀ। ਮੈਨੂੰ ਇਹ ਅਹਿਸਾਸ ਹੋਣ ਲੱਗਾ ਸੀ ਕਿ ਅੱਜ ਮੈਨੂੰ ਇਸ ਬੱਸ ਵਿੱਚ ਸ਼ਾਇਦ ਹੀ ਸੀਟ ਮਿਲੇਗੀ, ਪਰ ਆਸ ਤੇ ਦੁਨੀਆ ਟਿਕੀ ਹੈ। ਮੈਂ ਕਤਾਰ ਵਿੱਚ ਖੜਾ ਹੋ ਗਿਆ। ਉਦੋਂ ਹੀ ਇੱਕ ਕੁੜੀ ਆ ਕੇ ਔਰਤਾਂ ਦੀ ਲਾਈਨ ਵਿੱਚ ਖੜੀ ਹੋ ਗਈ। ਉਮਰ 22 ਸਾਲ ਦੇ ਕਰੀਬ ਸੀ। ਖੁੱਲ੍ਹੇ ਵਾਲ, ਟੀ-ਸ਼ਰਟ ਤੇ ਪੈਂਟ ਪਹਿਨੀ, ਉਹ ਹੱਥ ਵਿੱਚ ਬੈਗ ਲੈ ਕੇ ਖੜੀ ਸੀ। ਮੈਂ ਆਪਣੀ ਲਾਈਨ ਤੋਂ ਬਾਹਰ ਆ ਕੇ ਉਸ ਕੁੜੀ ਨੂੰ ਪੁੱਛਿਆ, ਮੈਡਮ ਤੁਸੀਂ ਕਿੱਥੇ ਜਾਓਗੇ? ਉਸ ਕੁੜੀ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ, ਫਿਰ ਕੁਝ ਸੋਚ ਕੇ ਬੋਲਿਆ, ਦਿੱਲੀ। ਮੈਂ ਕਿਹਾ ਮੈਂ ਵੀ ਦਿੱਲੀ ਜਾ ਰਿਹਾ ਹਾਂ। ਜੇ ਤੁਸੀਂ ਮੇਰੀ ਥੋੜ੍ਹੀ ਜਿਹੀ ਮਦਦ ਕਰ ਦੇਵੋ। ਤਾਂ ਉਹ ਕੁੜੀ ਬੋਲੀ, ਹਾਂ ਦੱਸੋ, ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ। ਮੈਂ ਉਸਨੂੰ 500 ਰੁਪਏ ਦਾ ਇੱਕ ਨੋਟ ਦਿੱਤਾ ਤੇ ਕਿਹਾ, ਤੁਸੀਂ ਮੇਰੀ ਵੀ ਦਿੱਲੀ ਦੀ ਇੱਕ ਟਿਕਟ ਲੈ ਕੇ ਮੇਰੀ ਮਦਦ ਕਰ ਸਕਦੇ ਹੋ। ਠੀਕ ਹੈ, ਤੁਸੀਂ ਬੈਠੋ, ਮੈਂ ਲੈ ਕੇ ਆਉਂਦੀ ਹਾਂ, ਕੁੜੀ ਨੇ ਕਿਹਾ ਤੇ ਮੈਂ ਆ ਕੇ ਬੱਸ ਬੂਥ ਕੋਲ ਖੜਾ ਹੋ ਗਿਆ ਤੇ ਕੁਝ ਦੇਰ ਬਾਅਦ ਕੁੜੀ ਟਿਕਟ ਲੈ ਕੇ ਮੇਰੇ ਕੋਲ ਆ ਗਈ। ਸਾਨੂੰ ਦਰਵਾਜ਼ੇ ਦੇ ਬਿਲਕੁਲ ਕੋਲ 2 ਯਾਤਰੀਆਂ ਵਾਲੀ ਸੀਟ ਮਿਲ ਗਈ। ਬੱਸ ਸ਼ਹਿਰ ਤੋਂ ਨਿਕਲ ਚੁੱਕੀ ਸੀ। ਮੈਂ ਉਸ ਕੁੜੀ ਦਾ ਧੰਨਵਾਦ ਕੀਤਾ। ਜਦੋਂ ਗੱਲ ਸ਼ੁਰੂ ਹੋਈ ਤਾਂ ਮੈਂ ਉਸਨੂੰ ਪੁੱਛ ਲਿਆ, ਤੁਹਾਡਾ ਨਾਂ ਕੀ ਹੈ ਤੇ ਦਿੱਲੀ ਵਿੱਚ ਕੀ ਕੰਮ ਕਰਦੀ ਹੈ? ਉਸ ਕੁੜੀ ਨੇ ਆਪਣਾ ਨਾਮ ਸੀਮਾ ਦੱਸਿਆ ਤੇ ਉਹ ਉੱਥੇ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ ਤੇ ਕੰਮ ਦੇ ਸਿਲਸਿਲੇ ਵਿੱਚ ਉਹ ਇੱਥੇ ਆਈ ਸੀ। ਹੁਣ ਉਹ ਆਪਣਾ ਕੰਮ ਖਤਮ ਕਰਕੇ ਵਾਪਸ ਜਾ ਰਹੀ ਸੀ। ਮੈਂ ਉਸਨੂੰ ਦੱਸਿਆ ਕਿ ਮੈਂ ਇੱਥੇ ਇੱਕ ਸਥਾਨਕ ਦਫ਼ਤਰ ਵਿੱਚ ਕੰਮ ਕਰਦਾ ਹਾਂ ਤੇ ਕੰਪਨੀ ਦੇ ਕੰਮ ਲਈ ਹਰ ਮਹੀਨੇ ਮੇਰਾ ਦਿੱਲੀ ਆਉਣਾ ਜਾਣਾ ਲੱਗਾ ਰਹਿੰਦਾ ਹੈ। ਜਿਉਂ-ਜਿਉਂ ਬੱਸ ਅੱਗੇ ਵਧਦੀ ਗਈ ਤਾਂ ਗੱਲਾਂ ਦਾ ਸਿਲਸਿਲਾ ਵੀ ਜਾਰੀ ਰਿਹਾ। ਸੀਮਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਹਰਿਆਣੇ ਦੀ ਰਹਿਣ ਵਾਲੀ ਹੈ ਤੇ ਉਹ ਇੱਥੇ ਦਿੱਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਘਰ ਵਿੱਚ ਮਾਤਾ-ਪਿਤਾ ਤੇ ਇੱਕ ਛੋਟੀ ਭੈਣ ਹੈ ਜੋ ਪਿੰਡ ਵਿੱਚ ਰਹਿੰਦੇ ਹਨ ਤੇ ਵੱਡਾ ਭਰਾ ਅੰਬਾਲੇ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਮੈਂ ਦੱਸਿਆ ਕਿ ਮੈਂ ਵੀ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹਾਂ। ਪਤਨੀ ਤੇ ਬੱਚੇ ਸਾਰੇ ਪਿੰਡ ਵਿੱਚ ਰਹਿੰਦੇ ਹਨ ਤੇ ਇੱਕ ਮਹੀਨੇ ਵਿੱਚ 2-3 ਹੀ ਘਰ ਦੇ ਚੱਕਰ ਲੱਗਦੇ ਹਨ। ਕੁਝ ਸਮੇਂ ਬਾਅਦ ਇੱਥੇ ਹੀ ਘਰ ਲੈ ਕੇ ਰਹਿਣ ਦਾ ਇਰਾਦਾ ਹੈ। ਇਸ ਤੋਂ ਬਾਅਦ ਹੀ ਜੀਵਨ ਸ਼ਾਇਦ ਠੀਕ ਹੋ ਜਾਵੇ। ਮੈਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਅਸੀਂ ਗੱਲਾਂ ਕਰਦੇ ਹੋਏ ਕਿੰਨਾ ਹੀ ਸਮਾਂ ਬਿਤਾ ਦਿੱਤਾ ਤੇ ਬੱਸ 15 ਮਿੰਟ ਲਈ ਇੱਕ ਥਾਂ ਤੇ ਰੁਕ ਗਈ। ਮੈਂ ਹੇਠਾਂ ਜਾ ਕੇ ਚਾਹ ਤੇ ਸਮੋਸੇ ਲੈ ਕੇ ਆਇਆ। ਜਦੋਂ ਚਾਹ ਪੀਤੀ ਤਾਂ ਬੱਸ ਰਵਾਨਾ ਹੋਣ ਲਈ ਤਿਆਰ ਹੋ ਗਈ ਤੇ ਗੱਲਾਂ ਦਾ ਸਿਲਸਿਲਾ ਫਿਰ ਸ਼ੁਰੂ ਹੋ ਗਿਆ। ਅਸੀਂ ਦੋਵਾਂ ਨੇ ਘਰ ਪਰਿਵਾਰ ਤੇ ਦਫ਼ਤਰ ਨਾਲ ਜੁੜੀ ਹਰ ਗੱਲਬਾਤ ਕੀਤੀ ਤੇ ਇੱਕ ਦੂਜੇ ਨੂੰ ਮੋਬਾਈਲ ਨੰਬਰ ਵੀ ਦੇ ਦਿੱਤੇ। ਭਾਵੇਂ ਮੈਂ ਉਸ ਕੁੜੀ ਤੋਂ ਲਗਭਗ ਦੁੱਗਣੀ ਉਮਰ ਦਾ ਸੀ, ਫਿਰ ਵੀ ਉਸਨੇ ਮੈਨੂੰ ਆਪਣਾ ਦੋਸਤ ਮੰਨ ਲਿਆ ਸੀ ਤੇ ਮੈਨੂੰ ਆਪਣੇ ਘਰ ਆਉਣ ਲਈ ਕਿਹਾ। ਮੈਂ ਉਸਨੂੰ ਕਿਹਾ, ਇਸ ਵਾਰ ਮੈਂ ਘਰ ਨਹੀਂ ਆ ਸਕਾਂਗਾ ਕਿਉਂਕਿ ਮੈਨੂੰ ਇੱਕ ਜ਼ਰੂਰੀ ਕੰਮ ਹੈ। ਅਗਲੀ ਵਾਰ ਜਦੋਂ ਮੈਂ ਇੱਥੇ ਆਵਾਂਗਾ, ਮੈਂ ਸਵੇਰੇ ਨਹੀਂ ਸ਼ਾਮ ਨੂੰ ਆਵਾਂਗਾ ਤੇ ਮੈਂ ਸਾਰੀ ਰਾਤ ਤੁਹਾਡੇ ਘਰ ਰਹਾਂਗਾ। ਜੇਕਰ ਤੁਸੀਂ ਸਾਡੇ ਇੱਥੇ ਆਏ ਤਾਂ ਤੁਸੀਂ ਵੀ ਅਜਿਹਾ ਕਰਨਾ। ਇਸ ਵਾਅਦੇ ਨਾਲ ਅਸੀਂ ਦੋਵੇਂ ਇੱਕ ਦੂਜੇ ਤੋਂ ਵਿਦਾ ਲੈਂਦੇ ਹਾਂ। ਮੈਂ ਸਵੇਰੇ-ਸਵੇਰੇ ਦਿੱਲੀ ਦਫ਼ਤਰ ਪਹੁੰਚਿਆ ਤੇ ਆਪਣਾ ਕੰਮ ਪੂਰਾ ਕਰਕੇ ਦੁਬਾਰਾ ਬੱਸ ਵਿੱਚ ਸਵਾਰ ਹੋ ਕੇ ਘਰ ਲਈ ਰਵਾਨਾ ਹੋਇਆ। ਬੱਸ ਰਾਤ 10 ਵਜੇ ਦੇ ਕਰੀਬ ਵਾਪਸ ਪਹੁੰਚੀ। ਬੱਸ ਸਟੈਂਡ ਤੇ ਉਤਰ ਕੇ ਮੈਂ ਅਜੇ ਘਰ ਪਹੁੰਚਿਆ ਹੀ ਸੀ ਕਿ ਫੋਨ ਦੀ ਘੰਟੀ ਵੱਜੀ ਤਾਂ ਦੇਖਿਆ ਕਿ ਸੀਮਾ ਦਾ ਕਾਲ ਸੀ। ਜਦੋਂ ਮੈਂ ਫੋਨ ਚੁੱਕਿਆ ਤਾਂ ਸੀਮਾ ਨੇ ਪੁੱਛਿਆ, ਤੁਸੀਂ ਘਰ ਠੀਕ-ਠਾਕ ਪਹੁੰਚ ਗਏ ਹੋ? ਮੈਂ ਕਿਹਾ, ਹਾਂ, ਮੈਂ ਹੁਣੇ ਹੀ ਘਰ ਪਹੁੰਚਿਆ ਹਾਂ। ਸੀਮਾ ਨੇ ਕਿਹਾ, ਚਲੋ ਠੀਕ ਹੈ, ਨਹਾ ਧੋ ਕੇ ਖਾ ਪੀ ਲਵੋ, ਤੁਸੀਂ ਥੱਕ ਗਏ ਹੋਵੋਗੇ ਤੇ ਫੋਨ ਕੱਟ ਦਿੱਤਾ। ਹੁਣ ਹਫ਼ਤੇ ਵਿੱਚ ਘੱਟੋ-ਘੱਟ 1-2 ਵਾਰ ਤਾਂ ਸੀਮਾ ਨਾਲ ਫੋਨ ਤੇ ਗੱਲ ਹੋ ਜਾਂਦੀ ਸੀ। ਹੌਲੀ-ਹੌਲੀ ਇਹ ਦੋਸਤੀ ਗੂੜ੍ਹੀ ਹੁੰਦੀ ਗਈ ਤੇ ਮਹੀਨੇ ਕੁ ਬਾਅਦ ਮੈਨੂੰ ਫਿਰ ਦਫ਼ਤਰ ਦੇ ਕੰਮ ਲਈ ਦਿੱਲੀ ਜਾਣਾ ਪਿਆ। ਮੈਂ ਸੀਮਾ ਨਾਲ ਗੱਲ ਕੀਤੀ
ਤਾਂ ਉਸਨੇ ਕਿਹਾ, ਤੁਸੀਂ ਸ਼ਾਮ ਨੂੰ ਹੀ ਆ ਜਾਵੋ, ਸਵੇਰੇ ਜਲਦੀ ਉੱਠ ਕੇ ਆਉਣ ਦੀ ਲੋੜ ਨਹੀਂ ਹੋਵੇਗੀ ਤੇ ਇਸ ਬਹਾਨੇ ਮੈਨੂੰ ਵੀ ਤੁਹਾਡੇ ਨਾਲ ਰਹਿਣ ਦਾ ਮੌਕਾ ਮਿਲ ਜਾਵੇਗਾ। ਮੈਂ ਦੁਪਹਿਰ ਦੀ ਬੱਸ ਫੜੀ ਤੇ ਰਾਤ 8 ਵਜੇ ਦਿੱਲੀ ਪਹੁੰਚ ਗਿਆ। ਸੀਮਾ ਬੱਸ ਅੱਡੇ ਤੇ ਸਕੂਟਰੀ ਲੈ ਕੇ ਖੜੀ ਸੀ। ਮੈਂ ਸਕੂਟਰੀ ਤੇ ਸੀਮਾ ਦੇ ਪਿੱਛੇ ਬੈਠ ਕੇ ਉਸ ਦੇ ਘਰ ਆ ਗਿਆ। ਬਹੁਤ ਸੋਹਣਾ ਘਰ ਸੀ। ਸੀਮਾ ਨੇ ਘਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਮੈਂ ਚਾਹ ਪੀਣ ਤੋਂ ਬਾਅਦ ਨਹਾ ਧੋ ਕੇ ਤਾਜ਼ਾ ਹੋ ਗਿਆ। ਸੀਮਾ ਨੇ ਖਾਣਾ ਵੀ ਸਮੇਂ ਤੋਂ ਪਹਿਲਾਂ ਹੀ ਤਿਆਰ ਕਰ ਲਿਆ ਸੀ। ਮੇਰੇ ਕੋਲ ਆ ਕੇ ਮੇਰੇ ਵਾਲਾਂ ਵਿੱਚ ਹੱਥ ਫੇਰਦੇ ਹੋਏ ਪੁੱਛਿਆ, ਤੁਹਾਡਾ ਮਨਪਸੰਦ ਬ੍ਰਾਂਡ ਕਿਹੜਾ ਹੈ? ਮੈਂ ਥੋੜਾ ਹੈਰਾਨ ਹੋਇਆ। ਫਿਰ ਕੁਝ ਦੇਰ ਬਾਅਦ ਮੈਂ ਕਿਹਾ, ਤੁਸੀਂ ਜੋ ਵੀ ਪੀਂਦੇ ਹੋ। ਸੀਮਾ ਨੇ ਵਿਦੇਸ਼ੀ ਬ੍ਰਾਂਡ ਦੀ ਬੋਤਲ ਲੈ ਕੇ ਪੈਗ ਬਣਾਉਣੇ ਸ਼ੁਰੂ ਕਰ ਦਿੱਤੇ। 2-3 ਪੈਗ ਲਾ ਕੇ ਅਸੀਂ ਖਾਣਾ ਖਾਧਾ ਤੇ ਪਤੀ ਪਤਨੀ ਦੀ ਤਰ੍ਹਾਂ ਪਿਆਰ ਕਰਕੇ ਉਸੇ ਬਿਸਤਰੇ ਤੇ ਸੌਂ ਗਏ। ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਂ ਬਹੁਤ ਹਲਕਾ ਮਹਿਸੂਸ ਕਰ ਰਿਹਾ ਸੀ। ਸੀਮਾ ਵੀ ਜਲਦੀ ਉੱਠ ਗਈ। ਉਸਨੇ ਵੀ ਦਫ਼ਤਰ ਜਾਣਾ ਸੀ। ਅਸੀਂ ਦੋਵੇਂ ਤਿਆਰ ਹੋ ਗਏ ਤੇ ਨਾਸ਼ਤਾ ਕਰਕੇ ਆਪਣੇ ਆਪਣੇ ਕੰਮਾਂ ਲਈ ਰਵਾਨਾ ਹੋ ਗਏ। ਹੁਣ ਜ਼ਿੰਦਗੀ ਇਸੇ ਤਰ੍ਹਾਂ ਚੱਲਣ ਲੱਗੀ ਸੀ। ਜਦੋਂ ਵੀ ਸੀਮਾ ਮੇਰੇ ਕੋਲ ਆਉਂਦੀ ਤਾਂ ਮੈਂ ਉਸਨੂੰ ਹੋਟਲ ਵਿੱਚ ਰੱਖ ਲੈਂਦਾ ਸੀ। ਜਦੋਂ ਵੀ ਛੁੱਟੀਆਂ ਹੁੰਦੀਆਂ ਤਾਂ ਅਸੀਂ ਘੁੰਮਣ ਚਲੇ ਜਾਂਦੇ। ਇੱਕ ਰਾਤ ਜਦੋਂ ਮੈਂ ਸੀਮਾ ਦੇ ਘਰ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੇਰੇ ਮਨ ਵਿੱਚ ਇੱਕ ਸਵਾਲ ਉੱਠਿਆ ਕਿ ਸੀਮਾ ਜਵਾਨ, ਸੁੰਦਰ ਤੇ ਚੰਗੀ ਕਮਾਈ ਕਰਦੀ ਹੈ। ਇਹ ਤਾਂ ਨਵੇਂ-ਨਵੇਂ ਕਿੰਨੇ ਹੀ ਮੁੰਡਿਆਂ ਨਾਲ ਦੋਸਤੀ ਕਰਕੇ ਮौज ਮਸਤੀ ਕਰ ਸਕਦੀ ਹੈ। ਫਿਰ ਇਸਨੂੰ ਮੇਰੇ ਵਰਗਾ ਅਧਖੜ ਉਮਰ ਦਾ ਵਿਅਕਤੀ ਕਿਉਂ ਪਸੰਦ ਹੈ? ਮੈਂ ਉਸਦੇ ਵਾਲਾਂ ਵਿੱਚ ਉਂਗਲ ਘੁਮਾ ਕੇ ਉਸਨੂੰ ਪੁੱਛਿਆ, ਸੀਮਾ, ਮੈਂ ਤੈਨੂੰ ਇੱਕ ਗੱਲ ਪੁੱਛਾਂ, ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ? ਤਾਂ ਸੀਮਾ ਨੇ ਕਿਹਾ, ਮੈਨੂੰ ਪਤਾ ਹੈ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ। ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਮੈਂ ਅਧਖੜ ਉਮਰ ਦੇ ਬੰਦੇ ਨਾਲ ਇਹ ਸਭ ਕਿਉਂ ਕਰਦੀ ਹਾਂ, ਜਦੋਂ ਕਿ ਮੇਰੇ ਕੋਲ ਨੌਜਵਾਨ ਮੁੰਡਿਆਂ ਦੀ ਕੋਈ ਕਮੀ ਨਹੀਂ ਹੋ ਸਕੇਗੀ। ਮੈਂ ਕਿ ਇੱਥੇ ਮੇਰੇ ਵਰਗੀਆਂ ਬਹੁਤ ਸਾਰੀਆਂ ਜਵਾਨ ਕੁੜੀਆਂ ਅਜਿਹਾ ਕਰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅਸੀਂ ਇੱਥੇ ਵੀਕਐਂਡ ਤੇ ਮਸਤੀ ਕਰਨਾ ਚਾਹੁੰਦੀਆਂ ਹਾਂ। ਅਧਖੜ ਉਮਰ ਦੇ ਬੰਦੇ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੇ ਰਾਹਾਂ ਤੋਂ ਲੰਘੇ ਹੁੰਦੇ ਹਨ। ਉਹਨਾਂ ਕੋਲ ਹਰ ਤਰ੍ਹਾਂ ਦਾ ਅਨੁਭਵ ਹੁੰਦਾ ਹੈ ਤੇ ਉਹਨਾਂ ਦਾ ਆਪਣਾ ਪਰਿਵਾਰ ਵੀ ਹੁੰਦਾ ਹੈ। ਇਸ ਲਈ ਉਹ ਚਿਪਕਦੇ ਨਹੀਂ ਹਨ ਤੇ ਜਿੱਥੇ ਵੀ ਜਦੋਂ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਉਹ ਦੋਸਤੀ ਛੱਡ ਦਿੰਦੇ ਹਨ। ਆਮਦਨ ਦੇ ਨਜ਼ਰੀਏ ਤੋਂ ਵੀ ਉਹ ਠੀਕ ਹੁੰਦੇ ਹਨ। ਨੌਜਵਾਨ ਮੁੰਡੇ ਜਿੱਦੀ ਹੁੰਦੇ ਹਨ ਤੇ ਉਹ ਸਮਝੌਤਾ ਨਹੀਂ ਕਰਦੇ, ਸਗੋਂ ਮਰਨ ਮਾਰਨ ਤੇ ਤੁਲ ਪੈਂਦੇ ਹਨ। ਕਦੇ ਉਹ ਨਾੜ ਕੱਟ ਲੈਂਦੇ ਹਨ ਤੇ ਕਦੇ ਉਹ ਪਾਗਲਾਂ ਵਰਗੇ ਕੰਮ ਕਰਦੇ ਹਨ। ਇਹੀ ਕਾਰਨ ਹੈ ਕਿ ਅਸੀਂ ਤੁਹਾਡੇ ਵਰਗੇ ਲੋਕਾਂ ਨੂੰ ਪਸੰਦ ਕਰਦੇ ਹਾਂ। ਸੀਮਾ ਤੇ ਮੇਰੀ ਦੋਸਤੀ ਲਗਭਗ 3 ਸਾਲ ਤੱਕ ਚੱਲੀ। ਉਸ ਤੋਂ ਬਾਅਦ ਸੀਮਾ ਨੇ ਵਿਆਹ ਕਰਕੇ ਆਪਣਾ ਘਰ ਵਸਾ ਲਿਆ ਤੇ ਆਪਣੇ ਸ਼ਹਿਰ ਸ਼ਿਫਟ ਹੋ ਗਈ। ਉਸ ਦਾ ਮੈਨੂੰ ਛੱਡ ਕੇ ਜਾਣਾ ਮੈਨੂੰ ਵੀ ਬੁਰਾ ਨਹੀਂ ਲੱਗਾ, ਕਿਉਂਕਿ ਮੇਰਾ ਵੀ ਇੱਕ ਪਰਿਵਾਰ ਸੀ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਜੇ ਹੋਰ ਕਹਾਣੀਆਂ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਧੰਨਵਾਦ ਜੀ ਸਾਰਿਆਂ ਦਾ।